ਵੈਲਕਮ ਬੈਕ ਚਾਣਕਿਆ ਐਜੂਕੇਸ਼ਨ ਅਕੈਡਮੀ ਬਰਨਾਲਾ। ਅੱਜ ਅਸੀਂ CDP ਦੀ 3rd ਕਲਾਸ ਲੈ ਕੇ ਆਏ ਹਾਂ, ਜਿਸ ਦੇ ਵਿੱਚ 2 ਕਲਾਸਾਂ ਹੋ ਚੁੱਕੀਆਂ। ਉਹ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ। CDP ਦੇ ਵਿੱਚ ਪਲੇਲਿਸਟ ਦੇ ਵਿੱਚ ਜਿਹੜੀ ਅੱਜ ਦੀ ਕਲਾਸ ਆ ਗਈ ਉਹ ਗਰੋਥ ਤੇ ਡਿਵੈਲਪਮੈਂਟ ਤੇ ਹੈਗੀ ਜੀ। ਗਰੋਥ ਤੇ ਡਿਵੈਲਪਮੈਂਟ ਆ ਜਿਹੜਾ ਉਹ ਕਿਵੇਂ ਬੱਚਾ ਗਰੋਥ ਕਰਦਾ ਤੇ ਡਿਵੈਲਪਮੈਂਟ ਕਰਦਾ, ਜਿਹੜਾ CDP ਦਾ ਟੌਪਿਕ ਆ ਉਹਦੇ ਤੇ। ਚਲੋ ਸਟਾਰਟ ਕਰਦੇ ਹਾਂ। ਸਟਾਰਟ ਕਰਨ ਤੋਂ ਪਹਿਲਾਂ ਜਿਹੜਾ ਅੱਜ ਦਾ ਸਾਡੇ ਕੋਲ ਵਿਚਾਰ ਆ ਉਹਦੇ ਬਾਰੇ ਜਾਣ ਲੈਂਦੇ ਹਾਂ। ਸਫਲਤਾ ਸਿਰਫ ਕਹਿੰਦੇ ਚਾਹੁਣ ਨਾਲ ਨਹੀਂ ਆਉਂਦੀ। ਸਫਲਤਾ ਕੀ ਜਿਹੜੀ ਸਿਰਫ ਚਾਹੁਣ ਨਾਲ ਨਹੀਂ ਆਉਂਦੀ। ਸਫਲਤਾ ਸਿਰਫ ਚਾਹੁਣ ਨਾਲ ਨਹੀਂ ਆਉਂਦੀ। ਜੇ ਕਹੀ ਜਾਵਾਂ ਵੀ ਮੈਂ ਭਾਈ ਮੈਨੂੰ ਸਫਲ ਹੋ ਜਾ, ਮੈਨੂੰ ਆਹ ਜੋਬ ਮਿਲ ਜੇ ਠੀਕ ਆ, ਇਹ ਚਾਹੁਣ ਨਾਲ ਸਫਲਤਾ ਨਹੀਂ ਆਉਣੀ ਤੁਹਾਨੂੰ। ਸਫਲਤਾ ਕਿਵੇਂ ਆਉਂਦੀ ਆ? ਸਫਲਤਾ ਦੀ ਕੀਮਤ ਦੇਣੀ ਪੈਂਦੀ ਆ। ਸਫਲਤਾ ਦੀ ਕੀ ਦੇਣੀ ਪੈਂਦੀ ਆ ਜੀ? ਕੀਮਤ ਦੇਣੀ ਪੈਂਦੀ ਆ। ਸਫਲਤਾ ਦੀ ਕੀਮਤ ਹੈ ਕੀ ਆ? ਸਫਲਤਾ ਦੀ ਕੀਮਤ ਹੈਗੀ ਆ ਸਖਤ ਮਿਹਨਤ। ਕੀ ਆ? ਸਖਤ ਮਿਹਨਤ, ਲਗਾਤਾਰ ਮਿਹਨਤ। ਕੀ ਆ ਜੀ? ਲਗਾਤਾਰ ਮਿਹਨਤ ਅਤੇ ਜਿੱਤਣ ਦੀ ਕਾਮਨਾ ਨਾਲ ਮਿਹਨਤ। ਸਮਝ ਲੱਗ ਗਈ? ਸਫਲਤਾ ਸਾਨੂੰ ਕਹਿੰਦੇ ਚਾਹੁਣ ਨਾਲ ਨਹੀਂ ਮਿਲਦੀ ਵੀ ਜੇ ਤੁਸੀਂ ਕਹੋਗੇ ਸਫਲ ਹੋ ਜੀ, ਅਸੀਂ ਸਫਲ ਹੋ ਜਾਈਏ, ਸਾਨੂੰ ਜੋਬ ਮਿਲ ਜੇ, ਇਸ ਤਰ੍ਹਾਂ ਨਹੀਂ ਮਿਲਣੀ। ਇਹਦੀ ਕੋਈ ਨਾ ਕੋਈ ਕੀਮਤ ਦੇਣੀ ਪੈਂਦੀ ਆ। ਕੀਮਤ ਕਿਸ ਤਰ੍ਹਾਂ ਦੇਣੀ ਪੈਂਦੀ ਆ? ਤੁਹਾਨੂੰ ਮਿਹਨਤ ਕਰਨੀ ਪੈਣੀ ਆ। ਮਿਹਨਤ ਵੀ ਲਗਾਤਾਰ ਕਰਨੀ ਪੈਣੀ ਆ। ਲਗਾਤਾਰ ਉਦੋਂ ਤੱਕ ਕਰਨੀ ਕਿ ਪੈਣੀ ਆ ਜਦੋਂ ਤੱਕ ਤੁਹਾਨੂੰ ਸਫਲਤਾ ਪ੍ਰਾਪਤ ਨਹੀਂ ਹੋ ਜਾਂਦੀ। ਸਮਝ ਲੱਗ ਗਈ ਜੀ? ਕਹਿਣ ਤੋਂ ਭਾਵ ਕੀ ਹੈਗਾ ਵੀ ਜੇ ਤੁਸੀਂ ਕੋਈ ਮੰਜ਼ਿਲ ਪ੍ਰਾਪਤ ਕਰਨਾ ਚਾਹੁੰਦੇ ਹੋ ਉਹਦੇ ਲਈ ਤੁਹਾਨੂੰ ਐਫਰਟ ਕਰਨੇ ਪੈਣਗੇ, ਨੀਂਦ ਤਿਆਗਣੀ ਪੈਣੀ ਆ, ਠੀਕ ਆ, ਕੰਮ ਦੁੱਗਣਾ ਕਰਨਾ ਪੈਣਾ, ਫਿਰ ਕਿਤੇ ਜਾ ਕੇ ਤੁਸੀਂ ਸਫਲਤਾ ਦੀ ਸੀੜੀਆਂ 'ਤੇ ਪਹੁੰਚਦੇ ਹੋ ਜੀ। ਕਲੀਅਰ ਹੈ ਜੀ? ਹੋ ਜੀ, ਅੱਜ ਦਾ ਟੌਪਿਕ ਆ ਜਿਹੜਾ ਸਟਾਰਟ ਕਰਦੇ ਹਾਂ। ਇਹ ਸੀਗਾ ਥਾਟ ਆਫ ਦਾ ਡੇ। ਉਹੀ ਤੁਹਾਨੂੰ ਜਿਹੜਾ ਪਹਿਲਾਂ ਦੱਸ ਕੇ ਹਟਿਆ, ਜਿਹੜਾ ਆਪਾਂ ਗਰੋਥ ਕਰ ਰਹੇ ਹਾਂ, ਠੀਕ ਹੈ ਜੀ। ਜਿਹੜੀ ਗਰੋਥ ਤੇ ਡਿਵੈਲਪਮੈਂਟ ਆ ਟੌਪਿਕ ਆ ਸਾਡੇ ਕੋਲੇ। ਬੱਚਾ ਗਰੋਥ ਕਿਵੇਂ ਕਰਦਾ? ਗਰੋਥ ਆ ਬੱਚੇ ਦੀ ਗਰੋਥ ਆ ਜਿਹੜੀ ਉਹ 0 ਪੀਰੀਅਡ ਤੋਂ ਲੈ ਕੇ ਬੱਚੇ ਦੇ ਮਾਂ ਦੇ ਪੇਟ ਦੇ ਵਿੱਚ ਜਦੋਂ ਬੱਚਾ ਹੁੰਦਾ ਗਾ ਉੱਥੋਂ ਲੈ ਕੇ ਐਂਡ ਬੁਢਾਪੇ ਤੱਕ ਜਿਹੜਾ ਡਿਵੈਲਪਮੈਂਟ ਆ ਗਰੋਥ ਆ ਉਹ ਹੁੰਦੀ ਰਹਿੰਦੀ ਆ। ਠੀਕ ਹੈ ਜੀ। ਗਰੋਥ ਤੇ ਡਿਵੈਲਪਮੈਂਟ ਦਾ ਕਿ ਗਰੋਥ ਟੇਕਨ ਪਲੇਸ ਇਨ ਫਿਜ਼ੀਕਲ ਐਕਸਰਸਾਈਜ਼। ਇਹਦੇ ਨਾਲ ਸਾਡੇ ਬਾਹਾਂ ਲੱਤਾਂ ਫਿਜ਼ੀਕਲ ਵਾਧਾ ਗਾ, ਸਾਡਾ ਕੱਦ ਦਾ ਵਾਧਾ ਹੋਣਾ, ਠੀਕ ਹੈ ਜੀ, ਉਹ ਚੀਜ਼ਾਂ ਗਰੋਥ ਦੇ ਵਿੱਚ ਆਉਂਦੀਆਂ ਨੇ। ਇਹਦੇ ਵਿੱਚ ਇਨਕਰੀਜ਼ ਹੁੰਦਾ ਬੱਚੇ ਦਾ ਕੀ ਹੁੰਦਾ ਜੀ? ਸਾਈਜ਼ ਇਨਕਰੀਜ਼ ਹੁੰਦਾ, ਵੇਟ ਇਨਕਰੀਜ਼ ਹੁੰਦਾ, ਠੀਕ ਹੈ ਜੀ, ਅਤੇ ਹਾਈਟ ਇਨਕਰੀਜ਼ ਹੁੰਦੀ ਆ, ਅਤੇ ਬੋਡੀ ਦਾ ਜਿਹੜਾ ਚੇਂਜ ਆਉਂਦੀਆਂ ਨੇਗੀਆਂ ਕਾਹਦੇ ਦੇ ਵਿੱਚ? ਗਰੋਥ ਦੇ ਵਿੱਚ, ਠੀਕ ਹੈ ਜੀ। ਗਰੋਥ ਜਿਹੜੀ ਕੀ ਹੁੰਦੀ ਆ ਸਾਡੇ ਕੋਲੇ? ਕੁਆਂਟੀਟੇਟਿਵ ਹੁੰਦੀ ਆ, ਠੀਕ ਹੈ ਜੀ। ਅਤੇ ਅੱਗੇ ਆ ਜਿਹੜਾ ਸਾਡੇ ਕੋਲੇ ਗਰੋਥ ਆ ਜਿਹੜੀ ਇਹ ਕੀ ਹੁੰਦੀ ਆ? ਲਿਮਿਟ ਪੀਰੀਅਡ ਹੁੰਦਾ ਇਹਦਾ 18 19 20 22 25 ਸਾਲ ਤੱਕ ਜਿਹੜੀ ਗਰੋਥ ਹੋ ਗਈ 18 ਤੱਕ, ਠੀਕ ਹੈ। ਇਸ ਤੋਂ ਬਾਅਦ ਉਹ ਕੀ ਹੋ ਜਾਂਦੀ ਆ? ਗਰੋਥ ਰੁਕ ਜਾਂਦੀ ਆ। ਸਮਝ ਲੱਗ ਗਈ ਜੀ? ਗਰੋਥ ਮੈਜੋਰਿਟੀ ਲੈਵਲ ਆ ਜਾਣਾ ਉਹਨੂੰ ਗਰੋਥ ਕਹਿੰਦੇ ਨੇ, ਵੀ ਬੱਚੇ ਦੇ ਵਿੱਚ ਮੈਜੋਰਿਟੀ ਲੈਵਲ ਆ ਗਿਆ, ਉਹ ਕੀ ਆ? ਗਰੋਥ ਆ ਜੀ। ਕਲੀਅਰ ਆ? ਅਤੇ ਗਰੋਥ ਇਜ਼ ਹੈਰੀਡਿਟੀ ਐਂਡ ਇਨਵਾਇਰਮੈਂਟ ਇਫੈਕਟ। ਗਰੋਥ ਦਾ ਕੀ ਹੈ? ਕਹਿੰਦੇ ਜਦੋਂ ਗਰੋਥ ਦਾ ਕਾਹਦੇ ਤੇ ਕਾਹਦਾ ਪ੍ਰਭਾਵ ਪੈਂਦਾ ਗਾ? ਇੱਕ ਤਾਂ ਸਾਡੇ ਕੋਲ ਹੈਰੀਡਿਟੀ ਦਾ, ਬੱਚੇ ਦਾ ਜਿਹੜਾ ਵੰਸ਼ ਆ। ਹੈਰੀਡਿਟੀ ਕੀ ਹੁੰਦਾ? ਵੰਸ਼, ਉਹਦੇ ਮਾਤਾ ਪਿਤਾ, ਠੀਕ ਹੈ ਜੀ, ਉਹਦਾ ਪ੍ਰਭਾਵ ਪੈਂਦਾ। ਜੇ ਮਾਤਾ ਪਿਤਾ ਦੀ ਹੈਲਥੀ ਨੇਗੇ, ਮੋਟੇ ਨੇ, ਤਾਂ ਬੱਚੇ ਵੀ ਉਸੇ ਤਰ੍ਹਾਂ ਦੇ ਹੋਣਗੇ। ਜੇ ਮਾਤਾ ਪਿਤਾ ਫਿੱਟ ਨੇ ਤਾਂ ਬੱਚੇ ਵੀ ਕੀ ਹੋਣਗੇ? ਫਿੱਟ ਹੋਣਗੇ, ਠੀਕ ਹੈ ਜੀ। ਉਸ ਤਰ੍ਹਾਂ ਵੀ ਹੈਰੀਡਿਟੀ ਦਾ ਪ੍ਰਭਾਵ ਪੈਂਦਾ। ਕੋਈ ਮਾਤਾ ਪਿਤਾ ਨੂੰ ਰੋਗ ਆ ਤਾਂ ਉਹ ਬੱਚਿਆਂ ਦੇ ਵਿੱਚ ਆ ਜਾਂਦਾ। ਇਨਵਾਇਰਮੈਂਟ ਦਾ ਪ੍ਰਭਾਵ ਕਿਸ ਤਰ੍ਹਾਂ ਪੈਂਦਾ? ਤੁਸੀਂ ਕਿਹੋ ਜਿਹੇ ਇਨਵਾਇਰਮੈਂਟ ਦੇ ਵਿੱਚ ਰਹਿੰਦੇ ਹੋ, ਆਕਸੀਜਨ ਪ੍ਰੋਪਰ ਮਿਲਦੀ ਆ ਤਾਂ ਉਹੋ ਜਿਹੇ ਬੱਚਿਆਂ ਦੇ ਵਿੱਚ ਗੁਣ ਪੈਦਾ ਹੋ ਜਾਂਦੇ ਨੇ, ਠੀਕ ਹੈ ਜੀ। ਇਹ ਸਾਡੇ ਕੋਲੇ ਗਰੋਥ 'ਤੇ ਪ੍ਰਭਾਵ ਜਿਹੜਾ ਪੈਂਦਾ ਗਾ ਉਹ ਚੀਜ਼ ਦੀ ਆ ਗਈ। ਹੋਰ ਕੀ ਹੈਗਾ ਗਰੋਥ 'ਤੇ ਇਫੈਕਟ ਕਿਹਦਾ ਪੈਂਦਾ? ਸਾਡੇ ਕੋਲੇ ਫੂਡ ਦਾ। ਚੰਗਾ ਫੂਡ ਖਾਂਦੇ ਹੋ ਤੁਸੀਂ, ਠੀਕ ਹੈ, ਵਧੀਆ ਖਾਂਦੇ ਹੋ ਤਾਂ ਉਹਦਾ ਵੀ ਤੁਹਾਡੀ ਗਰੋਥ 'ਤੇ ਪ੍ਰਭਾਵ ਪੈਂਦਾ ਹੈਗਾ। ਨਿਊਟ੍ਰੀਸ਼ਨ ਕਿੰਨੇ ਇਸ ਤਰ੍ਹਾਂ ਦੇ ਲੈ ਰਹੇ ਹੋ ਉਹਦਾ ਵੀ ਗਰੋਥ 'ਤੇ ਪ੍ਰਭਾਵ ਪੈਂਦਾ ਹੈਗਾ, ਠੀਕ ਹੈ ਜੀ। ਗਰੋਥ ਬੱਚੇ ਦੀ ਕਿਸ ਤਰ੍ਹਾਂ ਗਰੋ ਹੁੰਦੀ ਹੈਗੀ
ग्रोथ आ जिहड़ी साडे कोले इधर डायग्राम दे विच भी हुंदा ग्रोथ हुंदी है जिहड़ी, वो सीधी दी सीधी रेखा हुंदी है इस तरह, ठीक है जी, सीधी रेखा दे विच वधदी आ। ते जिहड़ी डिवेलपमेंट हुंदी आ वो की हुंदी आ, स्पैरल हुंदी आ, घुंडीदार हुंदी आ। समझ लग गई जी। इस तरह जिहड़ी विकास हो रहा, क्लीयर हो गया जी। जिहड़ी ग्रोथ आ, ग्रोथ दे विच की हुंदा गा, फिजिकल दा वधना, साडा फिजिकल शरीर दा वधना। बच्चा छोटे तो लैके 0 लेवल तो लैके हौली 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 उपर तक अडोलसेंस पीरियड तक वाधदा जांदा गा, ठीक है जी। ये एक पीरियड तक ही सीमित होंदा, क्वांटिटेटिव होंदा, इनक्रीज ग्रोथ होंदी रहिंदी आ, क्लीयर है जी। तो इस तो बाद जिहड़ा अगला साडे कोले, आई होप तुहानूं ये समझ आ गया होगा। जिहड़ा ग्रोथ आ, ग्रोथ तुसीं देख लो, छोटा जिहा बच्चा होंदा, ठीक है जी, पहला, फिर इस तो बाद वाधदा गा, फिर वाधदा, कुछ समय दे विच आके वो एक कॉन्सटेंट हो जाता, ठीक है जी। 20 तो लैके 40 साल तक उमें जी रहिंदा। इस तो बाद 40 तो 60 तक, 60 तो उपर, ये साडे कोले की हैगी, ग्रोथ हो रही है बच्चे की, ठीक है जी। ग्रोथ जिन्होंने आपां वधना कहने, शरीर का वधना न्यूट्रिशन नाल होर नाल, ठीक है जी। इस तो बाद आ जिहड़ा, इस तो बाद आउंदी आ साडे कोले डिवेलपमेंट। की होंदा जी, डिवेलपमेंट। डिवेलपमेंट की होंदा, विकास, वाधा ते विकास, जिन्होंने आप बोलते हैं विकास, ठीक है जी। डिवेलपमेंट टेक प्लेस इन ऑल एक्सेप्ट सच एज फिजिकल भी होंदी है, कोगनेटिव भी होंदी आ, किहड़ी होंदी आ, फिजिकल होंदी आ, कोगनेटिव होंदी आ, लैंगुएज होंदी आ, जिहड़ा डिवेलपमेंट होंदी है, लैंगुएज की डिवेलपमेंट होगी, सोशल डिवेलपमेंट होगी, इमोशनल डिवेलपमेंट होगी, ठीक है जी। होर किहड़ी डिवेलपमेंट ध्यान आदर जिहड़े साडे कोले डिवेलपमेंट की गल हो रही आ, बच्चे का जिहड़ा डिवेलप हो रहा, बच्चा वधदा गया, डिवेलप किन्ना कुछ होया वो, ठीक है, ग्रोथ आ होगी उहदी, बट डिवेलप होया कि नहीं होया वो कित्थों पता लगदा, वो सानूं उहदी लैंगुएज तो पता लगदा, ठीक है जी। किस तरह वो बच्चा बोलदा गा, वड्डिआं नूं किस तरह बोलदा, छोटिआं नूं किस तरह बोलदा, वो सानूं लैंगुएज तो पता लगदा, तो भी वो डिवेलपमेंट होई आ कि नहीं होती। तो उसकी कंगनेटिव ज्ञान प्राप्त करने की इच्छा तो पता लगता भी वह विकास हो रहा कि नहीं हो रहा, ठीक है। तो वो सोशल तो पता लगता वह समाज किस तरह का गा, वह आपदा बनाया समाज, वो दोस्त मित्र ने जोड़े वो किस तरह के नेगे, ठीक है जी। उत्थों सानू वो डिवेलपमेंट का पता लगता भी बच्चा अगे जाके किस तरह की डिवेलप करूगा। जिवें कहते हैं बच्चा, हुण कई बार बच्चे ने चंगी सोसाइटी च रहन लग जाते हैं, चंगा आपदा आला दुआला बढ़ाते हैं, वो बच्चे पढ़न लग जाते हैं, कोई जॉब पर पहुँच जाते हैं। कई बच्चे होंगे ने गुंडागर्दी दे विच पै जाते हैं, उधर पैर रख लग जाते हैं, उधर नूं पहुँच जाते हैं, ठीक है। उन्हों का जिहड़ा दोस्त मित्र ने वो किस तरह के ने, सोशल समाज उन्होंने किस तरह का गा, वो तो निर्भर करता गा भी डिवेलपमेंट उसकी किस तरह होगी, ठीक है जी। अगे इमोशनल, हुण बच्चा है इमोशनल किन्ना है, ठीक है, उत्थों भी असीं उहदा विकास पता कर सकते हैं, डिवेलपमेंट पता कर सकते हैं उसकी भी की है, किमें भी इमोशनल बच्चा जे आपां कोई उहनूं घूरदे आ जां कुछ भी कहने आगे, ठीक है, वो लैंदा गा अपने दिल से जां कोई नहीं लैंदा, ठीक है, उस तरह भी असीं इमोशनल राही उहदे जान सकते हैं। क्लीयर है जी। ये है साडे कोल डिवेलपमेंट। जिहड़ी डिवेलपमेंट हुंदी है साडे कोल ओह की हुंदी आ, क्वालिटेटिव होंगी है, क्वालिटेटिव होंगी है जी, ठीक है जी। क्वालिटेटिव एंड क्वांटिटेटिव दोनों ही होंगे ने, क्वालिटेटिव तो क्वांटिटेटिव दोनों होंगी टर्म होंगे ने। तो जी डिवेलपमेंट आ साडे कोल एक कंटीन्यू प्रोसैस आ, किहड़ा प्रोसैस आ, कंटीन्यू प्रोसैस आ जी, ठीक है जी। जी डिवेलपमेंट है कहने तो भाव की है, कहते लगातार चलती रहती है। कंटीन्यू प्रोसैस की होंगे, लगातार चलना, तुसीं सिखते लगातार रहने हो, ऐ नहीं हैगा भी तुसीं तुहाडा सिखना गा जिहड़ा एक थां ते रुक जांदा, ठीक है, हर रोज़ नवा सीखते हो, ये करके की है ये कंटीन्यू प्रोसैस है लगातार। ये जो डिवेलपमेंट आ साडे कोल, डिवेलपमेंट ते किहदा एनवायरनमेंट का प्रभाव पैंदा, तो होर किहदा प्रभाव पैंदा, हैरिडिटी का भी प्रभाव पैंदा। किहदा प्रभाव पैंदा गा, एनवायरनमेंट का प्रभाव पऊगा जी, क्लीयर है। इस तो बाद हैरिडिटी का भी प्रभाव पैंदा गा, काहदे ते, डिवेलपमेंट ते। बच्चे का जिहड़ा डिवेलप हो रहा वो किस तरह के एनवायरनमेंट च रहिंदा गा। हुण जे आपां कहंदे ने भी पेंडू कल्चर आ, कई पिंडां दे विच आपां बच्चे रहने आ, उन्हां दा जिहड़ी डिवेलपमेंट आ कोई होर हुंदी आ, ठीक है, उन्हां दा समाज होर हुंदा। जिहड़ा शहरां दे विच बच्चे पढ़ रहे ने उन्हां दा जिहड़ा समाज आ, उन्हां दी डिवेलपमेंट आ जिहड़ी होर तरह की हुंदी है, ठीक है। फर्क जिहड़ा काहदे तो एनवायरनमेंट तो असीं ला सकते हैं, क्लीयर है जी।
ਹੈਰੀडिटी माता पिता वंश, जे माता पिता इंटैलीजेंट ने तो बच्चे भी इंटैलीजेंट होणगे। ठीक है जी, जे माता पिता शरीर की मेहनत कर रहे हैं तो बच्चे भी शरीर की मेहनत करनगे, जे माता पिता दिमाग की मेहनत कर रहे हैं तो बच्चे भी दिमाग की मेहनत करनगे। ठीक है जी, तो उस तरह कहते की हैगा हैरीडिटी ते इन्वायरमेंट का भी प्रभाव पैंदा गा बच्चे की डिवेलपमेंट ते। क्लीयर है जी। नैक्सट आ साडे कोले जिहड़ी डिवेलपमेंट दी स्टेजेस किहड़ियां ने। ठीक है जी, डिवेलपमेंट दियां आपां स्टेजेस करांगे। इत्थों काफ़ी हद तक क्वेश्चन पी टैट दे विच सी टैट दे विच आउंदे ने। सब तो पहली स्टेज किहड़ी आ प्रीनेंटल। किहड़ी स्टेज आ जी? प्रीनेंटल स्टेज। किहड़ी हुंदी आ? बिफोर बर्थ, बर्थ तो पहला दा जिहड़ा समा हुंदा गा। ठीक है जी, वो किहड़ा हुंदा गा? विकास की गति बाकी अवस्था नालों तेज़ी नाल हुंदी आ प्रश्न एक दो बारी आया भी होया भी जिहड़ा विकास की गति आ बहुत तेज़ी नाल हुंदी आ किहड़ी स्टेज दे विच हुंदी आ? प्रीनेंटल स्टेज दे विच बच्चे दे जन्म तो पहला दा समा हुंदा जिहड़ा। क्लीयर है जी। शरीर दियां सारियां संरचनावां, शरीर दियां सारियां संरचनावां, भार ते आकार, आकृतियां, ठीक है जी, ਦਾ निर्माण इसे अवस्था दे विच ही हुंदा जी। भार वगैरह सारा कुछ इसे अवस्था दे विच बच्चे दा बन जांदा भी बच्चा किस तरह का होगा। ये अवस्था विच होण वाला परिवर्तन मुख रूप दे विच सरीरक हुंदा गा। जिहड़ा प्रीनेंटल स्टेज दे विच जिहड़ा परिवर्तन हुंदा गा, वो किहड़ा हुंदा गा जी? मुख रूप दे विच किहड़ा हुंदा गा? सरीरक हुंदा गा। क्लीयर है जी। इस तो बाद जिहड़ी सैकंड पीरियड हैगा, इन्फेंसी पीरियड हैगा, वो किन्ने तो किन्ने तक हुंदा गा? बर्थ तो लैके 3 ईयर तक। जब बच्चे का जो जन्म हो गया उदों तो लैके 3 साल तक अवस्था होंदी है। ये अवस्था की जिहड़ी एडजस्टमेंट की अवस्था कहौंदी आ। ठीक है जी। बच्चा की कर लग जाता ये एडजस्टमेंट कर लग जाता। एडजस्टमेंट करना सकता 0 तो 3 साल के की किमें एडजस्टमेंट करना सकता देख के भी किस तरह कौन किमें तरह। तुसीं देखोगे जिहड़ा 0 तो 3 साल का बच्चा होंदा वो ऑबजर्व करता रहता भी कौन की कर रहा। जे तुसीं पानी पीओगे ना, बच्चा छोटा जिहा 0 तो लैके 3 साल का होंदा जिहड़ा वो देखूगा भी पानी किमें पी रहेगा, तो फिर उवें ही चक के पीने की कोशिश करूगा। ठीक है जी। ये अवस्था की इन्फेंसी पीरियड। इदू बाद इत्थे की हुंदा गा 0 तो 3 साल के डिपेंडेंसी भी बच्चा की हुंदा पूरे का पूरा किसी ते डिपेंड होंदा गा, माँ प्यो ते डिपेंड होंदा गा। ठीक है जी। इमोशनलिटी हुंदा गा, इमोशनल होंदे ने इहदे। ठीक है। बच्चा माड़ा मोटा तुसीं परे हो जाओ रोन लग जाता, माता जे बच्चे की माँ परे हो जाए तो की हो जाएगा? रोन लग जाता बच्चा। इंडिविजुअल डिफरेंस हरेक का कहते इत्थे इंडिविजुअल डिफरेंस हुंदा। बच्चा हरेक बच्चा अलग अलग होगा। कई बच्चे रोंदे ज़्यादा होंदे ने, कई शांत सुभाਅ दे होंदे ने। ठीक है। इस तरह अगे आ गया प्री स्कूल। जिहड़ा तीसरी स्टेज आ साडे कोले प्री स्कूल, जिन्हों अर्ली स्टेज बोलते आपां, 3 तो लैके 6 साल की। ठीक है जी। प्री स्कूल दे विच की हुंदा जी? चाइल्ड लाइक टू डू वर्क इंडिपेंडेंटली। ठीक है। चाइल्ड की करते हैं? बच्चे अपने आप करके सीखने की कोशिश करते हैं। ठीक है। इत्थे की हुंदा? बच्चे तुसीं देखोगे भी जे उन्होंने कहे भी ये तत्ता है तो उन्होंने हथ ला के देखूगा भी तत्ता वाकई हैगा कि नहीं हैगा। ठीक है। उस तरह भी आप करके सीखने की कोशिश करते हैं। ये अग्रैसिव होंदे ने, गुस्सा होंदे ने। ठीक है। गुस्सा दिखाउणगे तुहानूं भी मैं गुस्से हाँ। ठीक है। तो इस बाद अण आग्याकारी होंदे ने। ठीक है। भी बच्चे आग्या नहीं मानते ये पीरियड के विच खेडी जाणगे। ठीक है जी। तो विरोध बिहेवियर उन्होंने की हुंदा ये पीरियड के विच विरोध करते हैं। इस तो बाद सैल्फ सेंटर्ड होंदे ने भी जे चीज़ मैनू चाहिए तो मैनू ही चाहिए आ, उन्होंने कुछ नहीं है कितों मर्जी लिया के दो। जे लेज का पैकेट खाना तो लेज का पैकेट ही खाणगे। ठीक है जी। तो करॉसिटी हुंदी आ कुछ नवां जानने की। तुसीं देखोगे ये पीरियड के विच बच्चा कहंदा हैगा की कहूगा भी मैनू तो बई दसो आ की आ क्यों आ किमें हुंदा। ठीक है जी। क्यों किमें ये पीरियड के विच बच्चे के दिमाग के विच चलदा रहंदा। क्लीयर है जी। नैक्सट आ साडे कोले अगली स्टेज आ जिहड़ी, अगली स्टेज देखो, अगली स्टेज आ जिहड़ी वो हैगी आ स्कूल लेटर जिन्होंने आप बोलते हैं। ये किन्ने तो किन्ने तक? 6 तो 12 साल तक। ये पीरियड के विच बच्चा प्राइमरी स्कूल के विच हुंदा गा। ठीक है जी। किहड़े पीरियड के विच? प्राइमरी स्कूल के विच। इहदे विच की करदा बच्चा? पीयर ग्रुप बनते हैं। बच्चे के की बन जाते हैं? पीयर ग्रुप बनन लग जाते हैं कुड़ियां मुंडियां दे। ठीक है जी। पीयर ग्रुप बनाने इत्थे स्टार्ट कर जाते हैं। समूहिक प्रवृत्ति बच्चों की हो जाती है, इकट्ठा ग्रुप बना के रहने की। ठीक है जी। तो ये पीरियड के विच, ये पीरियड के विच जिहड़ा बच्चा हुंदा स्टार्ट
ਟੂ ਗੋਇੰਗ ਸਕੂਲ, ਬੱਚਾ ਕੀ ਕਰਨ ਲੱਗ ਜਾਂਦਾ, ਇਹ ਪੀਰੀਅਡ ਦੇ ਵਿੱਚ ਸਕੂਲ ਪੀਰੀਅਡ ਦੇ ਵਿੱਚ ਸਕੂਲ ਜਾਣਾ ਸਟਾਰਟ ਕਰ ਜਾਂਦਾ ਅਤੇ ਇਹਦੀ ਕ੍ਰੀਏਟਿਵ ਦੀ ਡਿਵੈਲਪ ਕਰਨ ਦੀ ਕੋਈ ਨਾ ਕੋਈ ਸ਼ਕਤੀ ਬਣ ਜਾਂਦੀ ਹੈਗੀ। ਸਮਾਲ ਏਜ ਹੁੰਦੀ ਆ, ਡਰਟੀ ਏਜ ਬੋਲਦੇ ਆ ਇਹਨੂੰ ਆਪਾਂ, ਗੈਂਗ ਏਜ ਸੌਰੀ ਗੈਂਗ ਏਜ ਬੋਲਦੇ ਆ, ਠੀਕ ਹੈ ਜੀ। ਸੌਰੀ, ਏਜ ਆਫ ਮੋਰਲਿਟੀ, ਜਿਹੜੀ ਇਹ ਏਜ ਦੇ ਨਾਮ ਕੀ ਨੇਗੇ, ਡਰਟੀ ਏਜ ਹੋ ਗਿਆ, ਸਮਾਰਟ ਏਜ ਹੋ ਗਿਆ, ਠੀਕ ਹੈ ਜੀ, ਗੈਂਗ ਏਜ ਹੋ ਗਿਆ, ਇਹ ਸਾਰੇ ਇਹਦੇ ਨਾਮ ਨੇਗੇ। ਬਾਲਗ ਦੀ ਅਵਸਥਾ ਅਤੇ ਕਿਸ਼ੋਰ ਅਵਸਥਾ ਨੂੰ ਮਿਲਾਉਣ ਦਾ ਕੰਮ ਕਰਦੀ ਹੈਗੀ। ਜਿਹੜੀ ਇਹ ਅਵਸਥਾ ਹੁੰਦੀ ਆ ਇਹਨੂੰ ਆਪਾਂ ਬੋਲ ਦਿਆਂਗੇ ਪਬਰਟੀ, ਠੀਕ ਹੈ ਜੀ। ਅਤੇ ਇਹ ਅਵਸਥਾ ਜਿਹੜੀ ਹੁੰਦੀ ਆ ਇਹ ਬਾਲ ਅਵਸਥਾ ਅਤੇ ਕਿਸ਼ੋਰ ਅਵਸਥਾ ਨੂੰ ਮਿਲਾਉਣ ਦੀ ਅਵਸਥਾ ਹੁੰਦੀ ਆ, ਠੀਕ ਹੈ ਜੀ। ਬਾਲ ਅਵਸਥਾ ਅਤੇ ਜਿਹੜੀ ਬਾਲ ਅਵਸਥਾ ਪਿਛਲੀ ਅਵਸਥਾ, ਕਿਸ਼ੋਰ ਅਵਸਥਾ ਅਡੋਲਸੈਂਸ, ਇਹ ਵਿਚਲੀ ਅਵਸਥਾ ਹੈਗੀ ਇਹਦੀ, ਠੀਕ ਹੈ ਜੀ। ਯੌਨ ਅੰਗਾਂ ਦਾ ਵਿਕਾਸ ਹੋ ਜਾਂਦਾ, ਠੀਕ ਹੈ। ਯੌਨ ਅੰਗ ਦੇ ਇਹਦੇ ਵਿੱਚ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦਾ ਕੀ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ। ਲੜਕੀਆਂ ਦਾ ਵਿਕਾਸ 11 ਤੋਂ 13 ਸਾਲ ਦੇ ਆਰੰਭ ਹੋ ਜਾਂਦਾ, ਜਦਕਿ ਲੜਕਿਆਂ ਦਾ ਵਿਕਾਸ ਜਿਹੜਾ ਲੜਕੀਆਂ ਜਿਹੜੀਆਂ ਪਹਿਲਾਂ ਡਿਵੈਲਪ ਹੋ ਜਾਂਦੀਆਂ ਨੇਗੀਆਂ, ਜਿਹੜੇ ਲੜਕੇ ਨੇ ਉਹ ਕੀ ਆ 1 ਸਾਲ 2 ਸਾਲ ਲੇਟ ਉਹਨਾਂ ਦਾ ਵਿਕਾਸ ਹੁੰਦਾ ਗਾ, ਠੀਕ ਹੈ ਜੀ। ਇਹ ਤੋਂ ਬਾਅਦ ਸਾਡੇ ਕੋਲ ਆ ਗਈ ਅਡੋਲਸੈਂਸ। ਕਿਹੜਾ ਪੀਰੀਅਡ ਆ ਗਿਆ, ਅਡੋਲਸੈਂਸ ਪੀਰੀਅਡ। ਅਡੋਲਸੈਂਸ ਪੀਰੀਅਡ ਦੇ ਵਿੱਚ ਕੀ ਹੁੰਦਾ ਗਾ, ਮੋਸਟ ਕ੍ਰਿਟੀਕਲ ਸਟੇਜ ਆਫ ਡਿਵੈਲਪਮੈਂਟ, ਜਿਹੜੀ ਇਹ ਸਟੇਜ ਹੁੰਦੀ ਆ ਮੋਸਟ ਕ੍ਰਿਟੀਕਲ ਸਟੇਜ ਹੁੰਦੀ ਆ, ਠੀਕ ਹੈ ਜੀ। ਅਡੋਲਸੈਂਸ ਪੀਰੀਅਡ ਆ ਜਿਹੜਾ ਕਿੰਨੇ ਤੋਂ ਕਿੰਨੇ ਤੱਕ ਹੁੰਦਾ, 12 ਤੋਂ 20 ਤੱਕ ਹੁੰਦਾ ਇਹ। ਅਤੇ ਇਹਦੇ ਵਿੱਚ ਦੇ ਫੇਸ ਇਜ਼ ਮੈਨੀ ਸੋਸ਼ਲ ਬਾਇਓਲੋਜੀਕਲ ਪਰਸਨਲ ਚੇਂਜ। ਉਹਦੇ ਵਿੱਚ ਜਿਹੜੇ ਅਡੋਲਸੈਂਸ ਪੀਰੀਅਡ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਆਉਂਦੇ ਨੇ। ਕਿਹੜੇ ਸੋਸ਼ਲ ਹੋ ਗਿਆ, ਬਾਇਓਲੋਜੀਕਲ ਹੋ ਗਿਆ, ਪਰਸਨਲ ਹੋ ਗਿਆ, ਸਾਰੇ ਇਹਦੇ ਵਿੱਚ ਡਿਵੈਲਪਮੈਂਟ ਦੇ ਵਿੱਚ ਚੇਂਜ ਆਉਂਦੇ ਨੇ, ਠੀਕ ਹੈ ਜੀ। ਅਡੋਲਸੈਂਸ ਪੀਰੀਅਡ ਦੇ ਵਿੱਚ ਸਟੇਜ ਆਫ ਸਟਰੈਸ ਵੀ ਆਉਂਦਾ, ਉਹਨੂੰ ਸਟਰੋਮ ਸਟਰੈਸ ਦਾ ਪੀਰੀਅਡ ਵੀ ਬੋਲਿਆ ਜਾਂਦਾ ਇਹਨੂੰ, ਕਲੀਅਰ ਹੈ ਜੀ। ਇਹਦੇ ਵਿੱਚ ਕਨਫਿਊਜ਼ ਹੁੰਦਾ ਬੱਚਾ, ਜਿਹਦਾ ਅਡੋਲਸੈਂਸ ਪੀਰੀਅਡ ਹੁੰਦਾ ਗਾ, ਇਹਦੇ ਵਿੱਚ ਕੀ ਹੁੰਦਾ, ਬੱਚਾ ਕਨਫਿਊਜ਼ ਹੁੰਦਾ ਗਾ, ਟੋਟਲੀ ਕਨਫਿਊਜ਼ ਹੋਊਗਾ, ਠੀਕ ਹੈ ਜੀ। ਵੀ ਮੇਰੇ ਨਾਲ ਇਹ ਕੀ ਹੋ ਰਿਹਾ ਗਾ। ਲੜਕੀ ਆ ਉਹ ਅੱਡ ਕਨਫਿਊਜ਼ ਹੋਊਗੀ ਵੀ ਮੇਰੇ ਜਿਹੜੇ ਫਿਜ਼ੀਕਲ ਪਾਰਟ ਨੇ ਕਿਵੇਂ ਵੱਧ ਰਹੇ ਨੇ। ਲੜਕਾ ਅੱਡ ਕਨਫਿਊਜ਼ ਹੁੰਦਾ, ਸਟਰੈਸ ਦੇ ਵਿੱਚ ਹੁੰਦਾ ਵੀ ਮੇਰੇ ਬੋਡੀ ਸਟਰਕਚਰ ਦੇ ਵਿੱਚ ਚੇਂਜ ਆ ਰਿਹਾ ਗਾ, ਠੀਕ ਹੈ ਜੀ। ਅਤੇ ਐਡਜਸਟਮੈਂਟ ਪ੍ਰੋਬਲਮਸ, ਇਹਦੇ ਵਿੱਚ ਬੱਚਾ ਕੀ ਕਰਨ ਲੱਗ ਜਾਂਦਾ, ਪ੍ਰੋਬਲਮ ਨੂੰ ਐਡਜਸਟਮੈਂਟ ਕਰਨੀ ਸਿੱਖ ਲੈਂਦਾ ਜੀ, ਠੀਕ ਹੈ ਜੀ। ਅਤੇ ਅੱਗੇ ਕੀ ਆ, ਸਟੇਜ ਆਫ ਅਨਰੀਅਲਿਜ਼ਮ। ਅਤੇ ਇਹਦੇ ਵਿੱਚ ਨਾ ਬੱਚਾ ਰੀਅਲਿਜ਼ਮ ਨਹੀਂ ਹੁੰਦਾ, ਅਨਰੀਅਲਿਜ਼ਮ ਹੁੰਦਾ। ਕਹਿਣ ਤੋਂ ਭਾਵ ਕੀ ਆ ਵੀ ਰੀਅਲ ਵਰਲਡ ਦੇ ਵਿੱਚ ਨਹੀਂ ਜਿਉਂਦਾ, ਕਾਲਪਨਿਕ ਕਹਾਣੀਆਂ, ਠੀਕ ਹੈ, ਸਟੋਰੀਆਂ ਦੇ ਵਿੱਚ ਜਿਉਣ ਲੱਗ ਜਾਂਦਾ। ਇਹ ਪੀਰੀਅਡ ਦੇ ਵਿੱਚ ਕਲਪਨਾ ਸ਼ਕਤੀ ਦਾ ਇਹਦੇ ਵਿੱਚ ਵਿਕਾਸ ਹੁੰਦਾ, ਕਲੀਅਰ ਹੈ ਜੀ। ਇਹ ਪੀਰੀਅਡ ਸੀਗਾ। ਅੱਗੇ ਸਾਡੇ ਕੋਲ ਜਿਹੜਾ ਆਉਂਦਾ ਗਾ ਅਡੋਲਸੈਂਸ ਪੀਰੀਅਡ। ਜਿਹੜਾ ਅਡੋਲਸੈਂਸ ਪੀਰੀਅਡ ਹੈਗਾ ਉਹ ਕਿੰਨੇ ਤੋਂ ਕਿੰਨੇ ਤੱਕ ਹੁੰਦਾ, ਅਡਲਟਹੁੱਡ। ਅਡੋਲਸੈਂਸ ਤੋਂ ਉੱਪਰਲਾ ਅਡਲਟਹੁੱਡ ਆ। ਅਡਲਟਹੁੱਡ ਹੁੰਦਾ ਜਿਹੜਾ 20 ਤੋਂ ਲੈ ਕੇ 65 ਤੱਕ ਹੈਗਾ। ਇਹਨੂੰ ਅਸੀਂ 2 ਜਿਹੜੇ ਭਾਗਾਂ ਦੇ ਵਿੱਚ ਅੱਗੇ ਵੰਡਦੇ ਹਾਂ। ਜਿਹੜਾ 2-3 ਭਾਗ ਨੇ ਜਿਹੜੇ ਪਾਰਟ ਨੇਗੇ, ਇੱਕ ਤਾਂ ਹੈਗਾ 20 ਤੋਂ ਲੈ ਕੇ 50 ਤੱਕ, ਠੀਕ ਹੈ ਜੀ। ਇਹ ਹੈਗਾ ਯੰਗਰ ਅਡਲਟਹੁੱਡ ਹੈਗਾ, ਠੀਕ ਹੈ ਜੀ। ਅੱਗੇ ਜਿਹੜਾ ਸਾਡੇ ਕੋਲੇ 50 ਤੋਂ 65 ਤੱਕ ਹੈਗਾ, ਠੀਕ ਹੈ। ਅਤੇ ਇੱਕ ਹੈਗਾ 65 ਤੋਂ ਪਲੱਸ ਵਾਲਾ, ਠੀਕ ਹੈ ਜੀ। ਇਹ 3 ਸਟੇਜਾਂ ਨੇ। ਇਹਦੇ ਬਾਰੇ ਆਪਾਂ ਨੂੰ ਨਹੀਂ ਪੁੱਛਿਆ ਜਾਂਦਾ, ਆਪਾਂ ਨੂੰ ਸਿਰਫ ਇੱਥੇ ਤੱਕ ਹੀ ਆਉਂਦਾ, ਠੀਕ ਹੈ ਜੀ। ਬੀਐਡ ਵਾਲੇ ਨੇ ਜਿਹੜੇ ਉਹਨਾਂ ਨੂੰ ਤਾਂ ਇਹਨਾਂ ਬੱਚਿਆਂ ਨੂੰ ਪੜ੍ਹਾਉਣਾ ਹੁੰਦਾ, ਬੀਐਡ ਵਾਲਿਆਂ ਨੇ, ਠੀਕ ਆ। ਅਡੋਲਸੈਂਸ ਬੱਚਿਆਂ ਨੂੰ ਪੜ੍ਹਾਉਣਾ ਹੁੰਦਾ। ਜਿਹੜੇ ਈਟੀਟੀ ਵਾਲੇ ਨੇ ਉਹਨਾਂ ਨੂੰ ਆਹ ਬੱਚਿਆਂ ਨੂੰ ਪੜ੍ਹਾਉਣਾ ਹੁੰਦਾ। ਜਿਹੜੇ ਈਟੀਟੀ ਦਾ ਟੈਟ ਦੇ ਰਹੇ ਨੇ ਉਹਨਾਂ ਨੂੰ ਤਾਂ ਤੁਹਾਨੂੰ ਪ੍ਰਸ਼ਨ ਆਉਂਦਾ ਗਾ ਆਹ ਪੀਰੀਅਡ ਦੇ ਵਿੱਚੋਂ, ਸਕੂਲ ਲੇਟਰ ਦੇ ਵਿੱਚੋਂ, ਠੀਕ ਹੈ ਜੀ। ਐਲੀਮੈਂਟਰੀ ਸਟੇਜ ਦੇ ਵਿੱਚੋਂ ਤੁਹਾਨੂੰ ਕੁਐਸਚਨ ਆਊਗਾ। ਜਿਹੜੇ ਬੀਐਡ ਵਾਲੇ ਨੇ, ਬੀਐਡ ਵਾਲਿਆਂ ਨੂੰ ਆਊਗਾ ਅਡੋਲਸੈਂਸ ਪੀਰੀਅਡ ਦੇ ਵਿੱਚੋਂ ਪ੍ਰਸ਼ਨ, ਠੀਕ ਹੈ ਜੀ। ਇਹ ਸੀਗਾ ਸਾਡੇ ਕੋਲੇ ਡਿਵੈਲਪਮੈਂਟ ਦੀਆਂ ਸਟੇਜਸ ਕਿਹੜੀਆਂ ਹੋਈਆਂ, ਕਲੀਅਰ ਹੈ ਜੀ। ਆਈ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈਆਂ ਹੋਣਗੀਆਂ। ਅੱਗੇ ਆ ਜਿਹੜਾ ਸਾਡੇ ਕੋਲੇ ਇਹਦੇ ਬਾਰੇ ਅਸੀਂ ਜਿਹੜਾ ਹੁਣ ਤੱਕ ਪੜ੍ਹਿਆ ਗਾ 3 ਵੀਡੀਓ ਦੇ ਵਿੱਚ, ਉਹਨਾਂ ਦੇ ਕੁਐਸਚਨ ਆਨਸਰ ਕਰਾਂਗੇ। ਕਿਸ ਤਰ੍ਹਾਂ ਕਰਦੇ ਹਾਂ, ਆ ਜਾਓ ਦੇਖਦੇ ਹਾਂ ਆਪਾਂ। ਅੱਗੇ ਕੁਐਸਚਨ ਕਰਦੇ ਹਾਂ। ਮਨੋਵਿਗਿਆਨ ਆ ਜਿਹੜਾ ਵਿਵਹਾਰ ਦਾ ਅਧਿਐਨ ਆ, ਕਿਸ ਨੇ ਕਿਹਾ ਸੀਗਾ? ਵਿਵਹਾਰ ਦਾ ਅਧਿਐਨ ਆ, ਬਿਹੇਵੀਅਰ ਦਾ ਅਧਿਐਨ ਆ। ਕਿਹਨੇ ਕਿਹਾ ਸੀਗਾ ਜੀ? ਇਹ ਸਾਡੇ ਕੋਲੇ ਕਿਹਨੇ ਕਿਹਾ ਸੀਗਾ? ਵਾਟਸਨ ਨੇ। ਕਿਹਨੇ ਕਿਹਾ ਸੀਗਾ ਜੀ? ਵਾਟਸਨ ਨੇ ਕਿਹਾ ਸੀ। ਕਾਹਦਾ? ਵੀ ਵਿਵਹਾਰ ਦਾ ਅਧਿਐਨ। ਕਲੀਅਰ ਹੋ ਗਿਆ ਜੀ। ਅਗਲਾ ਜਿਹੜਾ ਕੁਐਸਚਨ ਆ ਉਹ ਕਿਹੜਾ? ਮਨੋਵਿਗਿਆਨ ਦੀ ਪਹਿਲੀ ਪ੍ਰਯੋਗਸ਼ਾਲਾ ਸਥਿਤ ਹੈ। ਜਿਹੜੀ ਮਨੋਵਿਗਿਆਨ ਦੀ ਪਹਿਲੀ ਪ੍ਰਯੋਗਸ਼ਾਲਾ ਕਿੱਥੇ ਸਥਿਤ ਸੀ? ਬਰਲਿਨ, ਲੰਡਨ, ਬੀਜਿੰਗ ਅਤੇ ਵਿਆਨਾ। ਕਿੱਥੇ ਸਥਿਤ ਆ ਜੀ ਇਹ? ਲਿਪਜ਼ਿਗ ਦੇ ਵਿੱਚ। ਕਿੱਥੇ ਸਥਿਤ ਆ? ਲਿਪਜ਼ਿਗ ਦੇ ਵਿੱਚ ਆ ਜੀ, ਠੀਕ ਹੈ ਜੀ। ਅਗਲਾ
ਜਿਹੜਾ ਪ੍ਰਸ਼ਨ ਆ ਉਹ ਕਰਦੇ ਆ, ਮਨੋਵਿਗਿਆਨ ਦੇ ਅਧਿਐਨ ਦੀ ਇਕਾਈ ਕਿਹੜੀ ਆ? ਠੀਕ ਹੈ, ਮਨੋਵਿਗਿਆਨ ਆ ਜਿਹੜਾ ਸਾਡਾ ਮਨ ਦਾ ਵਿਗਿਆਨ ਆ, ਉਹਦੀ ਇਕਾਈ ਕਿਹੜੀ ਆ? ਕਿਹੜੀ ਇਕਾਈ ਆ ਉਹਦੀ? ਸਮਾਜ ਆ, ਵਿਅਕਤੀਗਤਾ ਵਾ, ਸਮੂਹ ਆ ਜਾਂ ਸੰਸਕ੍ਰਿਤੀ ਆ? ਕੀ ਆ ਸਾਡੇ ਕੋਲ ਉਹਦਾ? ਵਿਅਕਤੀਤਾ ਵਾ। ਵੀ ਜਿਹੜਾ ਮਨੋਵਿਗਿਆਨ ਆ ਉਹ ਪੂਰੇ ਕਾਹਦਾ ਅਧਿਐਨ ਕਰਦਾ ਗਾ? ਇੱਕ ਵਿਅਕਤੀ ਦਾ ਅਧਿਐਨ ਕਰਦਾ, ਵਿਅਕਤੀ ਦੇ ਮਨ ਦਾ ਅਧਿਐਨ ਕਰਦਾ। ਠੀਕ ਹੈ ਜੀ। ਮਨੋਵਿਗਿਆਨ ਚੇਤਨਾ ਦਾ ਵਿਗਿਆਨ ਆ, ਇਹ ਕਿਹਨੇ ਕਿਹਾ ਸੀਗਾ? ਇਹ ਸਾਡੇ ਕੋਲੇ ਕਿਹਨੇ ਕਿਹਾ ਸੀਗਾ ਜੀ? ਚੇਤਨਾ ਦਾ ਵਿਗਿਆਨ ਜੇਮਸ ਨੇ। ਠੀਕ ਹੈ ਜੀ, ਜੇਮਸ ਨੇ ਕਿਹਾ ਸੀਗਾ ਚੇਤਨਾ ਦਾ ਵਿਗਿਆਨ ਆ ਜਿਹੜਾ ਮਨੋਵਿਗਿਆਨ ਆ। ਠੀਕ ਹੈ ਜੀ। ਅੱਗੇ ਆਏ ਤੁਹਾਨੂੰ ਜਿਹੜੇ ਕੁਐਸਚਨ ਸਾਰੇ ਮੈਂ ਪਿਛਲੀ 3 ਵੀਡੀਓ ਦੇ ਵਿੱਚ 2 ਵੀਡੀਓ 'ਚ ਕਰਾ ਚੁੱਕੇ ਹਾਂ, ਤੀਜੀ ਵੀਡੀਓ ਆ ਤਾਂ ਕਰਕੇ ਤੁਹਾਨੂੰ ਇਹਦੇ ਵਿੱਚ ਲੈ ਕੇ ਆਏ ਹਾਂ ਕਿ ਜਿਹੜਾ ਡੈਸ਼ ਦੁਆਰਾ ਪਹਿਲਾ ਪ੍ਰਯੋਗਸ਼ਾਲਾ ਦੀ ਸਥਾਪਨਾ 1879 ਦੇ ਵਿੱਚ ਕਿੱਥੇ ਕੀਤੀ ਗਈ ਸੀ? ਠੀਕ ਹੈ ਜੀ, 79 ਦੇ ਵਿੱਚ ਕੀਤੀ ਗਈ ਸੀ। ਕਿਹਦੇ ਦੁਆਰਾ ਕੀਤੀ ਗਈ ਸੀ? ਜਿਹੜੀ ਪਹਿਲੀ ਪ੍ਰਯੋਗਸ਼ਾਲਾ ਸੀਗੀ ਉਹ ਵਿਲੀਅਮ ਵੰਟ ਦੁਆਰਾ ਕੀਤੀ ਗਈ ਸੀ ਜੀ। ਕਲੀਅਰ ਹੋ ਗਿਆ ਜੀ। ਅਗਲਾ ਜਿਹੜਾ ਪ੍ਰਸ਼ਨ ਆ, ਅਗਲਾ ਗਾ ਜਿਹੜਾ ਸਾਡੇ ਕੋਲ ਐਕਸਪੈਰੀਮੈਂਟਲ ਪ੍ਰਯੋਗਾਤਮਕ ਮਨੋਵਿਗਿਆਨਕ ਦਾ ਜਨਕ ਕੌਣ ਹੈਗਾ? ਜਿਹੜਾ ਪ੍ਰਯੋਗਾਤਮਕ ਮਨੋਵਿਗਿਆਨ ਆ, ਐਕਸਪੈਰੀਮੈਂਟਲ ਆ, ਉਹਦਾ ਜਨਕ ਕੌਣ ਆ ਸਾਡੇ ਕੋਲੇ? ਉਹ ਹੈਗਾ ਵਿਲੀਅਮ ਵੰਟ। ਕੌਣ ਆ ਜੀ? ਵਿਲੀਅਮ ਵੰਟ। ਅਗਲਾ ਪ੍ਰਸ਼ਨ ਆ ਜਿਹੜਾ ਸਿਗਮੰਡ ਫਰਾਇਡ ਨਾਲ ਸੰਬੰਧਿਤ ਹੈ। ਸਿਗਮੰਡ ਫਰਾਇਡ ਆ ਜਿਹੜਾ, ਉਹਦੇ ਨਾਲ ਕੌਣ ਸੰਬੰਧਿਤ ਆ? ਸਿਗਮੰਡ ਫਰਾਇਡ ਨਾਲ ਕੌਣ ਸੰਬੰਧਿਤ ਆ ਜੀ? ਕਿਹੜੇ ਖੇਤਰ ਨਾਲ ਸੰਬੰਧਿਤ ਆ? ਖੇਤਰ ਅਧਿਐਨ ਨਾਲ, ਫੀਲਡ ਨਾਲ, ਪ੍ਰਯੋਗਾਂ, ਨਿਦਾਨ ਭਰਮ ਨਾਲ। ਜਿਹੜਾ ਕਿਹਦੇ ਨਾਲ ਸੰਬੰਧਿਤ ਹੈਗਾ? ਉਹ ਕਲੀਨਿਕਲ ਮੈਥਡ ਨਾਲ। ਠੀਕ ਹੈ, ਨਿਦਾਨਾਤਮਕ ਵਿਧੀ ਨਾਲ ਸੰਬੰਧਿਤ ਆ ਫਰਾਇਡ ਆ ਜਿਹੜਾ। ਠੀਕ ਹੈ ਜੀ। ਅਗਲਾ ਜਿਹੜਾ ਪ੍ਰਸ਼ਨ ਆ ਗਿਆ ਸਾਡੇ ਕੋਲੇ, ਇਹਦੇ ਵਿੱਚ ਅਸੀਂ ਪਹਿਲਾਂ ਕਰ ਚੁੱਕੇ ਹਾਂ, ਵਿਸ਼ਲੇਸ਼ਣਾਤਮਕ ਮਨੋਵਿਗਿਆਨ ਦੀ ਇੱਕ ਸ਼ਾਖਾ ਹੈ ਜਿਸ ਨੂੰ ਵਿਕਸਿਤ ਕੀਤਾ। ਕਿਹਨੇ ਵਿਕਸਿਤ ਕੀਤਾ ਵਿਸ਼ਲੇਸ਼ਣਾਤਮਕ ਨੂੰ? ਉਹ ਕਿਹਨੇ ਕੀਤਾ ਗਾ ਜੀ? ਫਰਾਇਡ ਨੇ ਕੀਤਾ ਗਾ। ਕਲੀਅਰ ਹੋ ਗਿਆ? ਕਿਹਨੇ ਕੀਤਾ ਗਾ? ਫਰਾਇਡ ਨੇ ਕੀਤਾ ਗਾ। ਅੱਗੇ ਜਿਹੜਾ ਪ੍ਰਸ਼ਨ ਅਗਲਾ ਗਾ, ਸਿੱਖਿਆ ਇੱਕ 3 ਧਰੁਵੀ ਪ੍ਰਕਿਰਿਆ ਗਈ। ਆਪਾਂ ਪਹਿਲੀ ਵੀਡੀਓ ਦੇ ਵਿੱਚ ਕੀਤਾ ਸੀਗਾ ਸਿੱਖਿਆ 3 ਧਰੁਵੀ ਕਿਹਨੇ ਕਿਹਾ ਸੀਗਾ? ਸਿੱਖਿਆ 3 ਧਰੁਵੀ ਕਿਹਨੇ ਕਿਹਾ ਸੀਗਾ? ਜੌਨ ਡੀਵੀ ਨੇ ਕਿਹਾ ਜੀ। ਜੌਨ ਡੀਵੀ ਕਹਿੰਦਾ ਸਿੱਖਿਆ ਕੀ ਆ? 3 ਧਰੁਵੀ ਪ੍ਰਕਿਰਿਆ। ਅਗਲਾ ਕੀ ਆ ਸਾਡੇ ਕੋਲੇ? ਸਿੱਖਿਆ 2 ਧਰੁਵੀ ਕਿਹਨੇ ਕਿਹਾ ਸੀਗਾ? 2 ਧਰੁਵੀ ਪ੍ਰਕਿਰਿਆ ਉਹ ਕਿਹਨੇ ਕਿਹਾ ਸੀਗਾ? ਐਡਮਸ ਨੇ ਕਿਹਾ ਸੀਗਾ। ਠੀਕ ਹੈ ਜੀ। ਕਿਹਨੇ ਕਿਹਾ ਸੀਗਾ? ਐਡਮਸ ਨੇ ਕਿਹਾ ਸੀ। ਅਗਲਾ ਗਾ ਜਿਹੜਾ ਸਾਡੇ ਕੋਲੇ ਕੁਐਸਚਨ ਆ ਗਿਆ, ਸਿੱਖਿਆ ਦਾ ਪ੍ਰਯੋਗਿਕ ਤਰੀਕਾ ਕਿਉਂ ਸਹੀ ਆ? ਪ੍ਰਯੋਗ ਆ ਜਿਹੜਾ ਸਿੱਖਿਆ ਦਾ ਪ੍ਰਯੋਗ ਕੀਤਾ ਜਾਂਦਾ, ਉਹ ਤਰੀਕਾ ਕਿਉਂ ਸਹੀ ਆ? ਉਹ ਕਿਉਂ ਤਾਂ ਸਹੀ ਆ ਸਾਡੇ ਕੋਲੇ? ਇਹ ਬੱਚਿਆਂ ਵਿੱਚ ਕਿਰਿਆਸ਼ੀਲਤਾ ਲਿਆਉਂਦਾ ਗਾ। ਪ੍ਰਯੋਗ ਕਰਨਾ ਕੀ ਆ? ਬੱਚਿਆਂ ਦੇ ਵਿੱਚ ਕੀ ਲਿਆਉਣਾ ਹੈਗਾ? ਕਿਰਿਆਸ਼ੀਲਤਾ ਲਿਆਉਂਦਾ ਜੀ। ਠੀਕ ਹੈ ਜੀ। ਐਕਟੀਵਿਟੀ ਲਿਆਉਂਦਾ, ਜ਼ਿਆਦਾ ਐਕਟੀਵਿਟੀ ਕਰਨਾ ਪ੍ਰਯੋਗਾਤਮਕ ਵਿਧੀ ਵਿੱਚ ਬੱਚਾ ਸਿੱਖਦਾ। ਇਸ ਕਰਕੇ ਸਾਇੰਟੀਫਿਕ ਵਿਧੀ ਆ। ਕਿਹੜੀ ਵਿਧੀ? ਪ੍ਰਯੋਗਾਤਮਕ ਵਿਧੀ। ਠੀਕ ਹੈ ਜੀ। ਅਗਲਾ ਕੁਐਸਚਨ ਆ ਜਿਹੜਾ ਮਨੋਵਿਗਿਆਨ ਵਿਧੀ ਦਾ ਜਨਮਦਾਤਾ ਕੌਣ? ਮਨੋਵਿਗਿਆਨ ਵਿਧੀ ਦਾ ਜਨਮਦਾਤਾ ਕੌਣ? ਮਨੋਵਿਗਿਆਨ ਵਿਧੀ ਦਾ ਕੌਣ ਹੈ ਇਹਨਾਂ ਦੇ ਵਿੱਚੋਂ? ਇਹਨਾਂ ਦੇ ਵਿੱਚ ਕੌਣ ਆ? ਫਰਾਇਡ। ਮਨੋਵਿਗਿਆਨ ਵਿਧੀ ਦਾ ਜਨਮਦਾਤਾ ਕੌਣ ਆ? ਫਰਾਇਡ। ਫਰਾਇਡ ਬਾਰੇ ਬੜੇ ਕੁਐਸਚਨ ਆਉਂਦੇ ਨੇ, ਫਰਾਇਡ ਪੜਾਵਾਂਗੇ, ਬੜਾ ਇੰਟਰਸਟਿੰਗ ਆ ਫਰਾਇਡ ਵੀ। ਠੀਕ ਹੈ ਜੀ। ਤੇ ਅਗਲਾ ਜਿਹੜਾ ਸਾਡੇ ਕੋਲੇ ਹੋ ਗਿਆ, ਸਿੱਖਿਆ ਮਨੋਵਿਗਿਆਨ ਦੀ ਦੇਣ ਆ। ਸਿੱਖਿਆ ਮਨੋਵਿਗਿਆਨ ਆ ਜਿਹੜਾ ਦੀ ਦੇਣ ਕਿਹਦੀ ਦੇਣ ਆ? ਸਿੱਖਿਆ ਮਨੋਵਿਗਿਆਨ। ਸਿੱਖਿਆ ਮਨੋਵਿਗਿਆਨ ਦੀ ਦੇਣ ਕੀ ਹੈਗਾ? ਵਸਤੂ ਕੇਂਦਰਿਤ ਸਿੱਖਿਆ, ਬਾਲ ਕੇਂਦਰਿਤ ਸਿੱਖਿਆ। ਕੀ ਹੈਗਾ ਸਾਡੇ ਕੋਲ ਇਹਦਾ ਆਨਸਰ? ਬਾਲ ਕੇਂਦਰਿਤ ਸਿੱਖਿਆ। ਜਿਹੜਾ ਬਾਲ ਕੇਂਦਰਿਤ ਸਿੱਖਿਆ ਦੇਣਾ ਕਿਹਦਾ? ਮਨੋਵਿਗਿਆਨਕ ਸਿੱਖਿਆ ਦਾ ਮੋਟਿਵ ਆ। ਠੀਕ ਹੈ ਜੀ। ਅਗਲਾ ਸਾਡੇ ਕੋਲ ਇੱਕ ਪ੍ਰਸ਼ਨ ਕੀ ਹੈਗਾ? ਮਨੋਵਿਗਿਆਨਕ ਵਿਵਹਾਰ ਦਾ ਵਿਗਿਆਨ ਹੈ। ਮਨੋਵਿਗਿਆਨ ਜਿਹੜਾ ਵਿਵਹਾਰ ਸਾਡਾ ਬਿਹੇਵੀਅਰ ਦਾ ਵਿਗਿਆਨ ਆ। ਇਹ ਦਾ ਸੰਸਥਾਪਕ ਕੌਣ ਹੈਗਾ? ਬਿਹੇਵੀਅਰ ਕਿਹਨੇ ਕਿਹਾ ਸੀਗਾ? ਸਾਡੇ ਕੋਲੇ ਵਾਟਸਨ ਨੇ। ਠੀਕ ਹੈ ਜੀ। ਪਹਿਲੀ ਵੀਡੀਓ ਦੇ ਵਿੱਚ ਆਪਾਂ ਨੇ ਕੀਤਾ ਹੋਇਆ ਇਹ। ਅਗਲਾ ਗਾ ਜਿਹੜਾ ਸਾਡੇ ਕੋਲੇ ਮਨੋਵਿਗਿਆਨ ਨੂੰ ਚੇਤਨਾ ਦਾ ਵਿਗਿਆਨ ਕਿਹਨੇ ਕਿਹਾ ਹੈਗਾ? ਚੇਤਨਾ ਦਾ ਵਿਗਿਆਨ ਕਿਹਨੇ ਕਿਹਾ ਸਾਡੇ ਕੋਲੇ? ਵੁੰਟ ਅਤੇ ਜੇਮਸ ਨੇ। ਵੁੰਟ ਤੇ ਜੇਮਸ ਨੇ ਕਿਹਾ ਹੈਗਾ ਚੇਤਨਾ ਦਾ ਵਿਗਿਆਨ। ਠੀਕ ਹੈ ਜੀ। ਕੌਨਸ਼ੀਅਸ ਮਨੋਵਿਗਿਆਨ ਮਨ ਦਾ ਵਿਗਿਆਨ ਕਿਹਨੇ ਕਿਹਾ ਹੈਗਾ? ਮਨ ਦਾ ਵਿਗਿਆਨ ਕਿਹਨੇ ਕਿਹਾ ਸਾਡੇ ਕੋਲੇ? ਉਹ ਕਿਹਨੇ ਕਿਹਾ? ਅਰਸਤੂ ਨੇ। ਅਰਸਤੂ ਕਹਿੰਦਾ ਸੀਗਾ ਜਿਹੜਾ ਸਾਡਾ ਬਿਹੇਵੀਅਰ ਮਨੋਵਿਗਿਆਨ ਆ, ਸਾਈਕੋ ਆ, ਉਹ ਕਾਹਦਾ ਅਧਿਐਨ ਕਰਦੀ ਆ? ਮਨ ਦਾ ਅਧਿਐਨ ਕਰਦੀ ਆ। ਠੀਕ ਹੈ ਜੀ। ਲਓ ਜੀ, ਅੱਜ ਦਾ ਜਿਹੜਾ ਸੀਗਾ ਤੁਹਾਡੇ ਇਹ ਲਾਸਟ ਵੀਡੀਓ ਸੀਗੀ ਗਰੋਥ ਤੇ ਡਿਵੈਲਪਮੈਂਟ ਦੀ। ਠੀਕ ਹੈ ਜੀ। ਅਗਲੀਆਂ ਜਿਹੜੀਆਂ ਵੀਡੀਓ ਨੇ ਉਹ ਤੁਹਾਨੂੰ ਆਪਣੇ ਚਾਣਕੇ ਐਜੂਕੇਸ਼ਨ ਅਕੈਡਮੀ ਐਪ 'ਤੇ ਮਿਲ ਜਾਇਆ ਕਰਨਗੀਆਂ। ਐਪ ਆ ਜਿਹੜਾ ਪਲੇ ਸਟੋਰ ਤੋਂ
ਡਾਊਨਲੋਡ ਕਰ ਲਓ ਜਾਂ ਤੁਹਾਨੂੰ ਨੀਚੇ ਪਲੇਲਿਸਟ ਦੇ ਵਿੱਚ ਮਿਲ ਜੂਗਾ। ਇਹ ਤੁਹਾਡੀਆਂ ਡੈਮੋ ਵੀਡੀਓ ਸੀਗੀਆਂ 3। ਤੇ ਜੇ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ PTET CTET ਦੀ ਤਾਂ ਚਾਣਕੀ ਐਜੂਕੇਸ਼ਨ ਅਕੈਡਮੀ ਦੀ ਐਪ 'ਤੇ ਜਾ ਕੇ ਉਹਨੂੰ ਕੋਰਸ ਨੂੰ ਪਰਚੇਜ਼ ਕਰ ਸਕਦੇ ਹੋ। ਧੰਨਵਾਦ ਜੀ।